ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਢਹਿ ਗਏ ਸੁਪਨੇ। ਲਤੀਫਪੁਰਾ 'ਚ ਪ੍ਰਦਰਸ਼ਨਕਾਰੀਆਂ ਦਾ ਮਜ਼ਾਕ ਉਡਾ ਰਹੇ ਨੇ ਫਾਰਮ ਹਾਊਸ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਦੇ ਵਿੱਚ ਨਜ਼ਰ ਮਾਰੀਏ ਤਾਂ ਹਰ ਪਾਸੇ ਕਿਸੇ ਨਾ ਕਿਸੇ ਤਰ੍ਹਾਂ ਦੀ ਬੇਚੈਨੀ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ। ਚਾਹੇ ਉਹ ਜੀਰਾ ਦੇ ਵਿੱਚ ਹੋਵੇ, ਜਿੱਥੇ ਪਿਛਲੇ 3-4 ਦਿਨਾਂ ਤੋਂ ਲਗਾਤਾਰ ਪੁਲਿਸ ਤੇ ਕਿਸਾਨਾਂ 'ਚ ਟਕਰਾਅ ਬਣਿਆ ਹੋਇਆ ਹੈ। ਅੱਜ ਵੀ ਟਕਰਾਅ ਜਿਹੜਾ ਉੱਥੇ ਦੇਖਣ ਨੂੰ ਮਿਲਿਆ। ਇਸੇ ਤਰ੍ਹਾਂ ਗੱਲ ਕਰੀਏ ਜਲੰਧਰ ਦੇ ਵਿੱਚ, ਉੱਥੇ ਲਤੀਫਪੁਰਾ ਦੇ ਜਿਹੜੇ ਪੀੜਤ ਨੇ ਉਹ ਇਨਸਾਫ ਦੀ ਮੰਗ ਲਈ ਧਰਨੇ ਤੇ ਬੈਠੇ ਨੇ, ਸਰਕਾਰ ਅੱਗੇ ਗੁਹਾਰ ਲਗਾ ਰਹੇ ਨੇ, ਪਰ ਸਰਕਾਰ ਸੁਣ ਨਹੀਂ ਰਹੀ। ਤਾਂ ਅਸੀਂ ਜਾਣਨਾ ਚਾਹਾਂਗੇ ਜੋ ਪੰਜਾਬ 'ਚ ਮੌਜੂਦਾ ਹਾਲਾਤ ਬਣੇ ਹੋਏ ਨੇ, ਇਹਨਾਂ ਨੂੰ ਕਾਬੂ ਪਾਉਣ ਦੇ ਵਿੱਚ ਸਰਕਾਰ ਕਾਮਯਾਬ ਕਿਉਂ ਨਹੀਂ ਹੋ ਰਹੀ ਹੈ? ਜਿਹੜੀ ਸਰਕਾਰ ਦੀ ਇਹ ਦੇਰੀ ਰਹਿ ਰਹੀ ਹੈ ਉਹ ਇਹਨਾਂ ਮਸਲਿਆਂ ਨੂੰ ਹੋਰ ਜਿਹੜਾ ਉਲਝਾ ਰਹੀ ਹੈ। ਤੁਹਾਨੂੰ ਕਿਵੇਂ ਲੱਗਦਾ ਵੀ ਕਿ ਪਹਿਲਾਂ ਤਾਂ ਲਤੀਫਪੁਰਾ ਦਾ ਜਾਣਨਾ ਚਾਹਾਂਗੇ ਵੀ ਕਿ ਲਤੀਫਪੁਰਾ ਦਾ ਪੂਰਾ ਮਾਮਲਾ ਕੀ ਹੈ, ਉਹ ਕੀ ਘਟਨਾ ਸੀ, ਆਖਿਰਕਾਰ ਉੱਥੇ ਸਰਕਾਰ ਨੇ ਕਾਰਵਾਈ ਕਿਉਂ ਕੀਤੀ ਹੈ ਤੇ ਉੱਥੇ ਮੌਜੂਦਾ ਹਾਲਾਤ ਕੀ ਨੇ? ਦੇਖੋ, ਕਿਸੇ ਵੀ ਸੂਬੇ ਦੇ ਵਿੱਚ ਜਿਹੜੇ ਧਰਨੇ, ਪ੍ਰਦਰਸ਼ਨ, ਮੁਜ਼ਾਹਰੇ ਹੋਣੇ, ਉਹ ਇਸ ਗੱਲ ਦਾ ਇੱਕ ਤਾਂ ਸੂਚਕ ਹੁੰਦੇ ਨੇ ਕਿ ਜਿਹੜੇ ਸੂਬੇ ਦੇ ਲੋਕ ਨੇ ਉਹ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ, ਸੈਟਿਸਫਾਈ ਨਹੀਂ ਜੀ। ਜਿਨ੍ਹਾਂ ਗੱਲਾਂ ਨੂੰ ਲੈ ਕੇ ਇਹ ਨਵੀਂ ਸਰਕਾਰ ਹੋਣ ਦੇ ਵਿੱਚ ਆਈ ਸੀ, ਜਾਂ ਜਿਨ੍ਹਾਂ ਲੋਕਾਂ ਦੀ ਆਵਾਜ਼ ਇਸ ਨਵੀਂ ਸਰਕਾਰ ਨੇ ਬਣਨਾ ਸੀ ਜੀ, ਅਸਲ 'ਚ ਉਹਨਾਂ ਲੋਕਾਂ ਦੀ ਆਵਾਜ਼ ਨੂੰ ਹੀ ਦਬਾਉਣ ਦੇ ਰਾਹ 'ਤੇ ਇਹ ਸਰਕਾਰ ਹੈ ਜਿਹੜੀ ਉਹ ਚੱਲ ਪਈ ਹੈ। ਹਾਲੇ ਸਿਰਫ 9 ਮਹੀਨਿਆਂ ਦਾ ਅਰਸਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੋਇਆ ਅਤੇ ਪਹਿਲੇ ਮਹੀਨਿਆਂ ਦੇ ਵਿੱਚ ਇਸ ਕਿਸਮ ਦਾ ਹਰ ਪਾਸੇ ਸਾਨੂੰ ਪ੍ਰੋਟੈਸਟ ਦਿਖ ਰਹੇ ਨੇ। ਕਿਤੇ ਸੜਕਾਂ ਜਾਮ ਹੋ ਰਹੀਆਂ ਨੇ, ਕਿਤੇ ਲੋਕਾਂ ਦਾ ਉਜਾੜਾ ਹੋ ਰਿਹਾ ਹੈ, ਕਿਤੇ ਕਿਸਾਨਾਂ ਤੇ ਪੁਲਿਸ 'ਚ ਟਕਰਾਓ ਹੋ ਰਿਹਾ ਹੈ। ਤਾਂ ਇਹ ਇੱਕ ਸ਼ੁਭ ਸੰਕੇਤ ਨਹੀਂ ਕਿਹਾ ਜਾ ਸਕਦਾ ਇਸ ਜੀ। ਜਦੋਂ ਆਪਾਂ ਲਤੀਫਪੁਰੇ ਦੀ ਗੱਲ ਕਰਦੇ ਹੈਗੇ ਹਾਂ, ਲਤੀਫਪੁਰਾ ਦੇ ਵਿੱਚ ਤਕਰੀਬਨ ਹਫ਼ਤੇ ਤੋਂ ਉੱਪਰ ਦਾ ਟਾਈਮ ਹੋ ਗਿਆ ਕਿ ਉੱਥੇ ਬੂਟਾ ਮੰਡੀ ਦੇ ਲਾਗੇ ਨਜ਼ਦੀਕ ਹੈ ਜਿਹੜਾ ਲਤੀਫਪੁਰਾ ਇਲਾਕਾ, ਉੱਥੋਂ ਤਕਰੀਬਨ 80-90 ਜਿਹੜੇ ਪਰਿਵਾਰ ਹੈ ਉਹਨਾਂ ਦਾ ਉਜਾੜਾ ਕੀਤਾ ਗਿਆ ਜੀ। ਪੰਜਾਬ ਸਰਕਾਰ ਦਾ ਇਹ ਤਰਕ ਹੈ ਕਿ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਇਹ ਜਿਹੜਾ ਕਦਮ ਉਠਾਇਆ ਹੈ। ਉੱਥੇ ਉਹਨਾਂ ਲੋਕਾਂ ਦੇ ਘਰਾਂ 'ਤੇ ਬਲਡੋਜ਼ਰ ਚੱਲੇ ਨੇ, ਇਹਨਾਂ ਬਲਡੋਜ਼ਰਾਂ ਨੇ ਘਰ ਵੀ ਢਾਏ ਨੇ, ਲੋਕਾਂ ਦੇ ਜਿਹੜੇ ਸੁਪਨੇ ਹੈ ਉਹ ਵੀ ਢਹਿ ਢੇਰੀ ਕੀਤੇ ਨੇ ਇੱਕ ਤਰੀਕੇ ਨਾਲ। ਹੁਣ ਜਦੋਂ ਅਸੀਂ ਤੇ ਆਤਿਸ਼ੇ ਦੀ ਪਿਛੋਕੜ 'ਤੇ ਨਜ਼ਰ ਮਾਰਦੇ ਹੈਗੇ ਆ ਇੱਕ ਤਰੀਕੇ ਨਾਲ ਜੀ, ਤਾਂ ਜਦੋਂ ਦੇਸ਼ ਦੀ ਵੰਡ ਹੁੰਦੀ ਹੈ ਤਾਂ ਇਹ ਲੋਕ ਹੈ ਜਿਹੜੇ ਇਹ ਉਧਰਲੇ ਦੂਸਰੇ ਪਾਕਿਸਤਾਨ 'ਚੋਂ ਇੱਧਰ ਆਉਂਦੇ ਨੇ ਜੀ। ਇੱਧਰ ਆਉਣ ਸਾਰੇ ਇਹਨਾਂ ਨੂੰ ਜਿਹੜਾ ਬੂਟਾ ਮੰਡੀ ਦੇ ਕੋਲ ਲਤੀਫਪੁਰੇ ਦਾ ਏਰੀਆ ਹੈ ਉੱਥੇ ਇਹਨਾਂ ਨੂੰ ਜਗ੍ਹਾ ਦੇ ਦਿੱਤੀ ਜਾਂਦੀ ਹੈਗੀ ਜੀ। ਦੇਖੋ, ਉਜਾੜੇ ਦਾ ਜਿਹੜਾ ਸੇਕ ਹੈ ਉਹਦਾ ਜਿਹੜਾ ਝੱਲਿਆ ਉਹ ਦੋ ਤਰ੍ਹਾਂ ਦੇ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ। ਇੱਕ ਤਾਂ ਉਹ ਲੋਕ ਸੀ ਜਿਨ੍ਹਾਂ ਕੋਲੇ ਜਾਇਦਾਦਾਂ ਸੀ, ਸੰਪਤੀਆਂ ਸੀ, ਚਾਹੇ ਇੱਧਰ ਸੀ ਚਾਹੇ ਉੱਧਰ ਸੀ। ਜੀ। ਜਦੋਂ ਉਹ ਉਜੜ ਕੇ ਇੱਧਰ ਆਏ ਤਾਂ ਉਹਨਾਂ ਦੇ ਬਦਲੇ 'ਚ ਉਹਨਾਂ ਨੂੰ ਇੱਧਰ ਜਾਇਦਾਦਾਂ ਮਿਲ ਗਈਆਂ, ਬਿਲਕੁਲ ਸੰਪਤੀਆਂ ਮਿਲ ਗਈਆਂ। ਦੂਸਰੇ ਇਹ ਲੋਕ ਸੀ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਬੇਕਾਗਜ਼ੇ ਲੋਕ ਜਾਂ ਬੇਜ਼ਮੀਨੇ ਲੋਕ ਕਹਿ ਦਿੰਦੇ ਹਾਂ, ਕਿ ਜਿਹੜੇ ਉੱਧਰ ਵੀ ਉਹਨਾਂ ਕੋਲੇ ਕੁਛ ਨਹੀਂ ਸੀ, ਇੱਧਰ ਵੀ ਕੁਛ ਨਹੀਂ ਸੀ ਜੀ। ਉੱਧਰੋਂ ਜਦੋਂ ਉਜਾੜੇ ਦਾ ਸੇਕ ਉਹਨਾਂ ਨੇ ਝੱਲਿਆ ਤਾਂ ਇੱਧਰ ਜਦੋਂ ਆਏ ਤਾਂ ਇਹਨਾਂ ਨੂੰ ਉਸ ਏਰੀਏ ਜਿਹਨੂੰ ਲਤੀਫਪੁਰਾ ਕਿਹਾ ਜਾਂਦਾ ਹੈ ਉੱਥੇ ਬੈਠਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਦੇਖੋ, ਕੋਈ ਇਹਨਾਂ ਨੇ ਕੋਈ ਇਲੀਗਲ ਇਨਕਰੋਚਮੈਂਟ ਤਾਂ ਕੀਤੀ ਨਹੀਂ ਜੀ। ਜੇ ਸਰਕਾਰਾਂ ਨੇ ਉਸ ਵੇਲੇ ਦੀਆਂ ਕਿਹਾ ਗਿਆ ਇਹਨਾਂ ਨੂੰ ਤਾਂ ਉਸ ਜਗ੍ਹਾ 'ਤੇ ਇਹ ਲੋਕ ਕਾਬਜ਼ ਹੋਏ ਸੀਗੇ। ਬਿਲਕੁਲ। ਤੇ ਇਹਨਾਂ ਦੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਆਪਾਂ ਹੁਣ ਤਾਂ ਕਹਿ ਰਹੇ ਹਾਂ ਕਿ ਕਾਨੂੰਨ ਨੇ ਆਰਡਰ ਕਰ ਦਿੱਤਾ ਤਾਂ ਅਸੀਂ ਇਹਨਾਂ ਨੂੰ ਉਠਾਇਆ ਹੈਗਾ ਜੀ। ਇੱਕ ਨੈਚੁਰਲ ਜਸਟਿਸ ਵੀ ਹੁੰਦਾ ਹੈ ਕਿ ਕਿਸੇ ਦੇ ਰਹਿਣ ਦਾ, ਕਿ ਧਰਤੀ ਦੇ ਕਿਸੇ ਹਿੱਸੇ 'ਤੇ ਰਹਿਣ ਦਾ ਹੱਕ ਉਹ ਤਾਂ ਇਹਨਾਂ ਦਾ ਬਚਣਾ ਚਾਹੀਦਾ ਸੀ। ਜੀ, ਬਿਲਕੁਲ। ਹੁਣ ਸਿਆਲ ਦੀ ਰੁੱਤ ਹੈ, ਇਹਨਾਂ ਨੂੰ ਬੇਘਰ ਕਰ ਦਿੱਤਾ ਗਿਆ। ਇਹਨਾਂ ਲੋਕਾਂ ਨੇ ਕਿੰਨੀਆਂ ਉਮੀਦਾਂ ਆਸਾਂ ਨਾਲ ਆਪਣੇ ਘਰ ਬਣਾਏ ਹੋਣਗੇ। ਨਾਲੇ ਇੱਕ ਜਿਹੜਾ ਆਪਾਂ ਲਾ ਕਹਿ ਦਈਏ ਇੱਕ ਤਰੀਕੇ ਨਾਲ, ਜੀ। ਅਸੀਂ ਕਹਿ ਦਿੰਦੇ ਹਾਂ ਕਿ ਜਿਹੜਾ ਬੰਦਾ ਲੰਬੇ ਸਮੇਂ ਤੋਂ ਕਾਬਜ਼ ਹੁੰਦਾ ਹੈ, ਇੱਕ ਰੈਗੂਲਰ ਜਿਹਦਾ ਕਬਜ਼ਾ ਹੁੰਦਾ ਹੈ, ਉਹਨੂੰ ਅਸੀਂ ਲੀਗਲਾਈਜ਼ ਕਰ ਦਿੱਤਾ ਜਾਂਦਾ, ਉਹਨੂੰ ਲੀਗਲ ਮੰਨ ਲਿਆ ਜਾਂਦਾ ਹੈਗਾ। ਜਿਸ ਤਰ੍ਹਾਂ ਮਿਸਾਲ ਦੇ ਤੌਰ 'ਤੇ ਆਪਾਂ ਗੱਲ ਕਰਨੀ ਹੋਵੇ ਤਾਂ ਪੰਚਾਇਤੀ ਰਾਜ ਦੀਆਂ ਜਿੰਨੀਆਂ ਜ਼ਮੀਨਾਂ ਦੇ ਝਗੜੇ ਚੱਲ ਰਹੇ ਨੇ, ਜਿਨ੍ਹਾਂ ਨੂੰ ਸ਼ਾਮਲਾਟਾਂ ਕਿਹਾ ਜਾਂਦਾ ਹੈ, ਉੱਥੇ ਵੀ ਇਹ ਲਾ ਮੌਜੂਦ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਨ੍ਹਾਂ ਲੋਕਾਂ ਦੇ ਜ਼ਮੀਨਾਂ ਦੇ ਉੱਪਰ
26 ਜਨਵਰੀ 1950 ਦੇ ਕਬਜ਼ੇ ਨੇ ਉਹਨਾਂ ਨੂੰ ਜ਼ਮੀਨਾਂ ਦੇ ਹੱਕ ਦੇ ਦਿੱਤੇ ਜਾਣ, ਜੀ ਉਹਨਾਂ ਨੂੰ ਮਾਲਕ ਬਣਾ ਦਿੱਤਾ ਜਾਵੇ। ਜੇ ਉਹਨਾਂ ਤੇ ਇਹ ਚੀਜ਼ ਲਾਗੂ ਹੁੰਦੀ ਹੈ ਤਾਂ ਇਹਨਾਂ ਲੋਕਾਂ ਤੇ ਜਿਹੜੇ ਲਤੀਫਪੁਰੇ ਵਾਲੇ ਲੋਕ ਨੇ ਇਹਨਾਂ ਤੇ ਵੀ ਇਹ ਚੀਜ਼ ਹੈ ਜਿਹੜੀ ਲਾਗੂ ਹੋਣੀ ਚਾਹੀਦੀ ਸੀ। ਬਿਲਕੁਲ। ਹਾਲਾਂਕਿ ਇਹ ਲੋਕ ਜਿਸ ਤਰ੍ਹਾਂ ਕਲੇਮ ਕਰਦੇ ਨੇ ਜਾਂ ਇਹਨਾਂ ਕੋਲ ਹੈਗੇ ਵੀ ਨੇ, ਇਹ ਕਹਿੰਦੇ ਨੇ ਕਿ ਸਾਡੇ ਘਰਾਂ ਦੇ ਵਿੱਚ ਅਸੀਂ ਆਪਣੇ ਘਰ ਵੀ ਬਣਾਏ, ਠੀਕ ਹੈ, ਉਦੋਂ ਥੋੜੇ ਪਰਿਵਾਰ ਸੀ, ਹੁਣ ਅੱਗੇ ਇਹਨਾਂ ਦੇ ਕਬੀਲੇ ਜਿਹੜੇ ਵੱਧ ਗਏ ਨੇ, ਹੋਰ ਜੀ ਪਰਿਵਾਰਾਂ 'ਚ ਵਾਧਾ ਹੋ ਗਿਆ, ਬਿਲਕੁਲ ਪਸਾਰ ਹੋ ਗਿਆ, ਤਾਂ ਫਿਰ ਇਹਨਾਂ ਨੇ ਆਪਣੇ ਬਿਜਲੀ ਦੇ ਕਨੈਕਸ਼ਨ ਵੀ ਲਏ। ਜਿਹੜਾ ਇੰਪਰੂਵਮੈਂਟ ਟਰਸਟ ਹੈ ਜਿਹਨੇ ਹੁਣ ਕੇਸ ਲੜਿਆ ਹੈਗਾ, ਉਹ ਤਾਂ ਬਾਅਦ 'ਚ ਹੋਂਦ 'ਚ ਆਉਂਦਾ ਹੈਗਾ। ਪਹਿਲੀ ਗੱਲ ਤਾਂ ਇਹ ਮੰਨ ਲੈਣੀ ਚਾਹੀਦੀ ਹੈ ਕਿ ਇਨਕਰੋਚਰ ਨਹੀਂ ਹੈਗੇ, ਜੀ ਬਿਲਕੁਲ। ਇਹਨਾਂ ਨੇ ਇਨਕਰੋਚ ਨਹੀਂ ਕੀਤਾ, ਸਰਕਾਰਾਂ ਨੇ ਉਸ ਟਾਈਮ ਦੀਆਂ ਨੇ ਆਪਣੀ ਮਰਜ਼ੀ ਨਾਲ ਬਿਠਾਇਆ। ਹੁਣ ਜਦੋਂ ਅਸੀਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ ਤਾਂ ਅਸੀਂ ਉਹਨਾਂ ਲੋਕਾਂ ਨੂੰ ਹੁਣ ਬੇਘਰ ਕਰ ਰਹੇ ਹਾਂ। ਉਹਨਾਂ ਦਾ ਕਸੂਰ ਕੋਈ ਨਹੀਂ, ਤੁਸੀਂ ਜਗ੍ਹਾ ਦਿੱਤੀ, ਉਹ ਬੈਠ ਗਏ। ਜੀ ਹੁਣ ਲੰਬਾ ਟਾਈਮ 75 ਵਰ੍ਹਿਆਂ ਦਾ ਉਹਨਾਂ ਦਾ ਜਿਹੜਾ ਹੈਗਾ ਇੱਕ ਕਬਜ਼ਾ ਚੱਲਿਆ ਆ ਰਿਹਾ, ਹੁਣ ਅਸੀਂ ਉਹਨਾਂ ਨੂੰ ਉਠਾ ਰਹੇ ਹਾਂ। ਲੋੜ ਆਤਿਸ਼ ਇਸ ਗੱਲ ਦੀ ਸੀ ਕਿ ਉਹਨਾਂ ਦਾ ਕਬਜ਼ਾ ਮੰਨ ਕੇ ਜਦੋਂ ਵੀ ਇਹ ਗੱਲ ਮਸਲਾ ਉੱਠਿਆ, ਜਦੋਂ ਉਹਦੇ ਉਹਨਾਂ ਨੂੰ ਹੱਕ ਦੇ ਦਿੱਤਾ ਜਾਂਦਾ ਜੀ ਕਿ ਠੀਕ ਹੈ ਤੁਸੀਂ ਇੰਨੇ ਲੰਬੇ ਸਮੇਂ ਤੋਂ ਕਾਬਜ਼ ਹੋ। ਹੋਇਆ ਕਿ ਇੰਪਰੂਵਮੈਂਟ ਟਰਸਟ ਨੇ ਆਪਣੇ ਤਰੀਕੇ ਨਾਲ ਅੱਗੇ ਉਹਦੀਆਂ, ਕਿਉਂਕਿ ਹੁਣ ਮਾਰਕੀਟ ਦੇ ਰੇਟ ਹੈ ਜਿਹੜੇ ਉਹ ਵੀ ਵੱਧ ਗਏ ਨੇ, ਜੀ ਭਾਅ ਵੱਧ ਗਏ ਨੇ, ਇਸ ਮੁਨਾਫੇ ਵਾਲੀ ਦੌੜ ਦੇ ਵਿੱਚ ਇੰਪਰੂਵਮੈਂਟ ਟਰਸਟ ਨੇ ਉਹਨਾਂ ਦਾ ਪੱਖ ਉਸ ਤਰੀਕੇ ਨਾਲ ਨਹੀਂ ਲਿਆ ਜਿਸ ਤਰ੍ਹਾਂ ਲਿਆ ਜਾਣਾ ਚਾਹੀਦਾ ਸੀ। ਜੀ ਠੀਕ ਹੈ, ਕਾਨੂੰਨ ਹੈ, ਨਿਯਮ ਹੈ, ਇਹ ਕਿਹਨਾਂ ਲਈ ਬਣਦੇ ਨੇ? ਲੋਕਾਂ ਲਈ ਬਣਦੇ ਹੈ, ਉਹਨਾਂ ਦੀ ਸੁਵਿਧਾ ਲਈ ਬਣਦੇ ਹੈ, ਉਹਨਾਂ ਦੀ ਸੁਵਿਧਾ ਲਈ ਹੋਣਾ ਚਾਹੀਦਾ। ਜਮਹੂਰੀਅਤ ਦੇ ਵਿੱਚ ਆਮ ਤੌਰ ਤੇ ਅਸੀਂ ਆਤਿਸ਼ ਇਹ ਕਹਿੰਦੇ ਆ ਕਿ ਲੋਕ ਹੈ ਜਿਹੜੇ ਉਹ ਸੁਪਰੀਮ ਨੇ, ਜੀ ਤਾਂ ਫਿਰ ਪਹਿਲਾਂ ਲੋਕਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀਗਾ। ਪਰ ਇਹ ਨਵੀਂ ਸਰਕਾਰ ਨੇ, ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਹੁੰਦੀ ਸੀ, ਉਦੋਂ ਬੜਾ ਲੋਕਾਂ ਦਾ ਇਹਨਾਂ ਨੂੰ ਹੇਜ ਆਉਂਦਾ ਹੁੰਦਾ ਸੀਗਾ, ਜੀ ਤੇ ਹੁਣ ਉਹਨਾਂ ਲੋਕਾਂ ਤੇ ਜਿਹੜੀ ਉਜਾੜੇ ਦੀ ਤਲਵਾਰ ਹੈ ਉਹ ਲਟਕਾਈ ਜਾ ਰਹੀ ਹੈ। ਹੁਣ ਦੇਖੋ ਇਸ ਮੁਲਕ ਦੇ ਵਿੱਚ ਚਾਹੇ ਸੂਬੇ 'ਚ ਗੱਲ ਕਰ ਲਈਏ, ਜੀ ਦੋ ਤਰ੍ਹਾਂ ਦੇ ਕਾਨੂੰਨ ਹੈ ਜਿਹੜੇ ਉਹ ਪ੍ਰਵੇਲ ਕਰਦੇ ਨੇ। ਇੱਕ ਕਾਨੂੰਨ ਉਹ ਹੈ ਜਿਹੜਾ ਆਮ ਲੋਕਾਂ ਲਈ ਹੈ, ਕਾਮਨਰ ਲਈ ਹੈ। ਜੀ। ਦੂਸਰਾ ਕਾਨੂੰਨ ਹੈ ਜਿਹੜਾ ਖਾਸ ਲੋਕਾਂ ਲਈ ਹੈ। ਦਿਖਾਵੇ ਲਈ ਅਸੀਂ ਕਹਿ ਦਿੰਦੇ ਆ ਕਿ ਕਾਨੂੰਨ ਇੱਕ ਹੈ। ਜੀ ਹੁਣ ਫਾਰਮ ਹਾਊਸਾਂ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਆ, ਚੰਡੀਗੜ੍ਹ ਦੇ ਆਸ-ਪਾਸ ਕਿੰਨੇ ਫਾਰਮ ਹਾਊਸ ਹੈ। ਇਹ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਕਲੇਮ ਕੀਤਾ ਸੀ ਕਿ ਅਸੀਂ ਜਿਹੜੇ ਪੰਚਾਇਤੀ ਜ਼ਮੀਨਾਂ ਤੇ ਜਿੰਨੇ ਵੀ ਇਨਕਰੋਚਮੈਂਟ ਹੋਈ ਹੈ ਪਿਛਲੇ ਸਮਿਆਂ ਦੇ ਵਿੱਚ, ਉਸ ਨੂੰ ਰਿਮੂਵ ਕਰਾਂਗੇ। ਜੀ ਔਰ ਉਹਨਾਂ ਨੇ ਕਿਹਾ ਸੀ ਕਿ ਪਹਿਲੇ ਪੜਾਅ ਦੀ ਜਿਹੜੀ ਅਸੀਂ ਕੰਪੇਨ ਹੈ ਉਹ ਐਗਰੀਕਲਚਰ ਲੈਂਡ ਤੋਂ ਸ਼ੁਰੂ ਕਰ ਰਹੇ ਹਾਂ, ਤੇ 9000 ਤਕਰੀਬਨ 9200 ਦੇ ਕਰੀਬ ਇਹਨਾਂ ਨੇ ਕਿਹਾ ਏਕੜ ਤੋਂ ਅਸੀਂ ਕਬਜ਼ਾ ਹਟਾਇਆ ਗਿਆ। ਜਦੋਂ ਕੁਐਸਚਨ ਇਹ ਰੇਜ਼ ਹੋਇਆ ਸੀਗਾ ਕਿ ਤੁਸੀਂ ਜਿਹੜੇ ਵੱਡੇ ਲੋਕ ਹੈ, ਜਿਹੜੇ ਰਸੂਖਵਾਨ ਲੋਕ ਹੈ, ਉਹਨਾਂ ਤੇ ਜਿਹੜੇ ਨਜਾਇਜ਼ ਕਬਜ਼ੇ ਉਹ ਨਹੀਂ ਹਟਾ ਰਹੇ, ਤਾਂ ਉਦੋਂ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਸੀ ਕਿ ਜਿਹੜਾ ਸਾਡਾ ਸੈਕੰਡ ਫੇਜ਼ ਹੋਏਗਾ ਅਸੀਂ ਉਹਦੇ ਵਿੱਚ ਰਸੂਖਵਾਨਾਂ ਨੂੰ ਹੱਥ ਪਾਵਾਂਗੇ। ਜੀ ਚੰਡੀਗੜ੍ਹ ਦੇ ਆਸ-ਪਾਸ ਹਿਲੀ ਏਰੀਏ ਦੇ ਨੇੜੇ ਕਿੰਨੇ ਫਾਰਮ ਹਾਊਸ ਨੇ, ਕਿੰਨੇ ਸਾਬਕਾ ਆਈਐਸ ਅਫਸਰਾਂ ਦੇ ਨੇ, ਮੌਜੂਦਾ ਆਈਐਸ ਅਫਸਰਾਂ ਦੇ ਨੇ, ਕਿੰਨੇ ਪੋਲੀਟੀਸ਼ੀਅਨਾਂ ਦੇ ਨੇ। ਕੋਈ ਵੀ ਪਾਰਟੀ ਉਹਦੇ ਵਿੱਚ ਪਿੱਛੇ ਨਹੀਂ ਹੈਗੀ, ਸਾਰਿਆਂ ਦੇ ਵੱਡੇ ਵੱਡੇ ਫਾਰਮ ਹਾਊਸ ਬਣੇ, ਪਰ ਤੁਸੀਂ ਦੱਸੋ ਕਿ ਕਿਸੇ ਫਾਰਮ ਹਾਊਸ ਨੂੰ ਹੱਥ ਪਾਇਆ ਗਿਆ? ਜੇ ਤੁਹਾਡੀ ਇਨਕਰੋਚਮੈਂਟ ਦੇ ਤੁਸੀਂ ਸਹੀ ਹੋ ਤਾਂ ਤੁਹਾਨੂੰ ਕੰਪੇਨ ਹੈ ਜਿਹੜੀ ਉੱਪਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਬਿਲਕੁਲ। ਬਖੇੜਾ ਆਤਿਸ਼ ਉਹਦੀ ਸੁਸਾਇਟੀ ਦੇ ਵਿੱਚ ਪੈਦਾ ਹੁੰਦਾ ਹੈ ਕਿ ਜਦੋਂ ਸਰਕਾਰਾਂ, ਜਦੋਂ ਹੁਕੂਮਤਾਂ ਆਪਣੀ ਕਿਸੇ ਵੀ ਤਰ੍ਹਾਂ ਦੀ ਕੰਪੇਨ ਹੈ, ਹੁਣ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਕੱਢਣੇ ਹੁੰਦੇ ਨੇ, ਜੀ ਉਹ ਕਿੱਥੋਂ ਸ਼ੁਰੂ ਕਰਦੇ ਨੇ? ਉਹ ਪਿੰਡ ਦੇ ਵਿਹੜੇ ਤੋਂ ਸ਼ੁਰੂ ਕਰਦੇ ਨੇ। ਬਿਲਕੁਲ। ਚਾਹੀਦਾ ਕੀ ਸੀ ਕਿ ਉਹ ਮੁੱਖ ਮੰਤਰੀ ਤੋਂ ਸ਼ੁਰੂ ਹੋਣੇ ਚਾਹੀਦੇ ਨੇ, ਕਿ ਪਹਿਲਾਂ ਮੁੱਖ ਮੰਤਰੀ ਕਰੇ, ਫਿਰ ਐਮਐਲਏ ਕਰਨ, ਵਜ਼ੀਰ ਕਰਨ, ਫਿਰ ਅਫਸਰ ਸ਼ਾਹੀਸਾਰੀ ਕਰੇ, ਬਿਊਰੋਕ੍ਰੇਸੀ ਕਰੇ, ਫਿਰ ਲਾਸਟ ਦੇ ਵਿੱਚ ਵਿਹੜਾ ਹੋਣਾ ਚਾਹੀਦਾ ਪਿੰਡ ਦਾ। ਪਰ ਹੁੰਦਾ ਕੀ ਹੈ, ਪਹਿਲਾਂ ਸ਼ੁਰੂ ਹੋ ਜਾਂਦਾ। ਹੁਣ ਤੁਸੀਂ ਕਿਸੇ ਵੀ ਚੌਂਕ 'ਚ, ਆਪਾਂ ਸ਼ਹਿਰਾਂ 'ਚ ਦੇਖਦੇ ਆ, ਹੁਣ ਜਦੋਂ ਵੀ ਪੁਲਿਸ ਦੀ ਡਾਂਗ ਚੌਂਕ ਦੇ ਵਿੱਚ ਟ੍ਰੈਫਿਕ ਨਿਯਮ ਤੋੜਿਆ ਜਾਂਦਾ ਹੈ, ਕਿਹਤੇ ਪੈਂਦੀ ਹੈ? ਰਿਕਸ਼ੇ ਵਾਲੇ ਤੇ ਪੈਂਦੀ। ਬਿਲਕੁਲ। ਕਦੇ ਦੇਖਿਆ ਕਿਸੇ ਕਾਰ ਵਾਲੇ ਤੇ ਡੰਗ ਪਈ ਹੋਵੇ? ਇਸ ਤਰ੍ਹਾਂ ਦੋ ਕਾਨੂੰਨ ਹੈਗੇ ਨੇ। ਇਵੇਂ ਜਦੋਂ ਮੈਂ ਦੇਖਦਾ ਰਿਹਾ ਪ੍ਰੈਕਟੀਕਲੀ, ਤੁਸੀਂ ਵੀ ਦੇਖਿਆ ਹੋਊ ਆਪਣੇ ਪਟਿਆਲੇ, ਕਿ ਡਿਪਟੀ ਕਮਿਸ਼ਨਰ ਜਦੋਂ ਵੀ ਕਹਿੰਦਾ ਹੈ ਕਿ ਕਮਰਸ਼ੀਅਲ ਸਿਲੰਡਰ ਹੈ ਜਿਹੜੇ ਉਹ ਕਮਰਸ਼ੀਅਲ ਕੰਮਾਂ ਦੇ ਵਿੱਚ ਯੂਜ਼ ਹੁੰਦੇ ਨੇ, ਗੈਸ ਦੇ ਸਿਲੰਡਰ ਜਿਹੜੇ ਕਹਿੰਦੇ ਆਪਾਂ, ਠੀਕ ਹੈ। ਹੁਣ ਜਿਹੜੇ ਰੇਹੜੀਆਂ ਵਾਲੇ ਵਿਚਾਰੇ ਡੋਮੈਸਟਿਕ ਯੂਜ਼ ਕਰ ਰਹੇ ਆ, ਉਹਨਾਂ ਨੂੰ ਜ਼ਬਤ ਕਰਕੇ ਉਹਨਾਂ ਤੇ ਪਰਚਾ ਦਰਜ ਕਰ ਦਿੰਦੇ ਨੇ। ਬਿਲਕੁਲ। ਪਰ ਕਿੰਨੇ ਹੋਟਲਾਂ 'ਚ ਡੋਮੈਸਟਿਕ ਗੈਸ ਯੂਜ਼ ਹੋ ਰਹੀ ਹੈ? ਕਦੇ ਨਹੀਂ ਹੁੰਦਾ। ਜੀ ਬਿਲਕੁਲ। ਇਸ ਕਰਕੇ ਇਹ ਕਾਨੂੰਨ ਹੈ ਜਿਹੜੇ ਦੋ ਤਰ੍ਹਾਂ ਦੇ ਹੈ। ਪ੍ਰੈਕਟੀਕਲੀ ਕਹਿਣ ਨੂੰ ਇੱਕ ਤਰ੍ਹਾਂ ਦਾ ਕਾਨੂੰਨ ਹੈ, ਤਾਂ ਲਤੀਫਪੁਰਾ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਇੱਕ ਤਰ੍ਹਾਂ ਦਾ ਨਿਸ਼ਾਨਾ ਬਣਾਇਆ ਗਿਆ ਹੈ। ਠੀਕ ਹੈ, ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨਾ ਸਾਡਾ ਬੁਨਿਆਦੀ ਫਰਜ਼ ਹੈ। ਜੀ। ਉਸ ਨੂੰ ਹੁਕਮਾਂ ਨੂੰ ਲਾਗੂ ਕਰਨਾ
ਵੀ ਸਾਡਾ ਬੁਨਿਆਦੀ ਫਰਜ਼ ਹੈ, ਪਰ ਕਿੰਨੇ ਫੈਸਲੇ ਨੇ, ਹਾਈ ਕੋਰਟ ਕਿੰਨੇ ਇਸ ਤਰ੍ਹਾਂ ਦੇ ਡਿਸੀਜਨ ਦਿੰਦੇ ਜਿਹਦੇ ਸਰਕਾਰ ਨੂੰ ਲਾਜ਼ਮ ਕੀਤਾ ਜਾਂਦਾ ਕਿ ਮੰਨਣਾ ਤੁਸੀਂ, ਇਹਦੇ ਬਾਵਜੂਦ ਕੰਟੈਂਪਟ ਵੀ ਪੈ ਜਾਂਦੀ ਹੈ, ਸਰਕਾਰਾਂ ਫਿਰ ਵੀ ਨਹੀਂ ਲਾਗੂ ਕਰਦੀਆਂ। ਬਹੁਤ ਸਾਰੇ ਜਿਹੜੇ ਫਾਈਨੈਂਸ਼ੀਅਲ ਮੈਟਰਸ ਹੁੰਦੇ ਨੇ, ਲੋਕਾਂ ਦੇ ਕਿਸੇ ਦੀ ਕੋਈ ਤਨਖਾਹ ਰੁਕੀ ਹੁੰਦੀ ਹੈ, ਕਿਸੇ ਦੇ ਪੈਨਸ਼ਨ ਜਾਂ ਹੋਰ ਬੈਨੀਫਿਟ ਰੁਕੇ ਹੁੰਦੇ, ਸਰਕਾਰਾਂ ਆਰਡਰ ਵੀ ਕਰ ਦਿੰਦੇ, ਕੋਰਟਾਂ ਆਰਡਰ ਵੀ ਕਰ ਦਿੰਦੀਆਂ ਨੇ, ਇੰਪਲੀਮੈਂਟ ਫੇਰ ਨਹੀਂ ਕੀਤਾ ਜਾਂਦਾ। ਇਸ ਕਰਕੇ ਪਿਕ ਐਂਡ ਚੂਜ਼ ਕਰ ਲੈਂਦੀਆਂ ਸਰਕਾਰਾਂ ਕਿ ਜਿੱਥੇ ਇਹਨਾਂ ਨੂੰ ਠੀਕ ਲੱਗਦਾ ਉੱਥੇ ਇਸ ਤਰ੍ਹਾਂ ਦੀ ਖੇਡ ਹੈ ਜਿਹੜੀ ਖੇਡ ਲਈ ਜਾਂਦੀ ਹੈ। ਇਹ ਠੀਕ ਹੈ ਕਿ ਕੋਰਟ ਦੇ ਹੁਕਮਾਂ ਨੂੰ ਮੰਨਣਾ ਸਾਡਾ ਇੱਕ ਸਾਰਿਆਂ ਦਾ ਫਰਜ਼ ਬਣਦਾ ਹੈ ਜੀ। ਚਰਨਜੀਤ ਜੀ, ਇਹ ਤਾਂ ਗੱਲ ਸੀ ਲਤੀਫਪੁਰਾ ਦੀ। ਜੇ ਗੱਲ ਕਰੀਏ ਦੂਜੇ ਪਾਸੇ ਜੀਰੇ ਦੇ ਵਿੱਚ ਵੀ ਹਾਲਾਤ ਕੋਈ ਸੁਖਾਵੇਂ ਦਿਖਾਈ ਨਹੀਂ ਦੇ ਰਹੇ। ਉੱਥੇ ਰੋਜ਼ ਜਿਹੜਾ ਹੈਗਾ ਪੁਲਿਸ ਤੇ ਕਿਸਾਨ ਪਿਛਲੇ ਕੁਝ ਦਿਨਾਂ ਤੋਂ ਆਮੋ ਸਾਹਮਣੇ ਨੇ, ਤੇ ਅੱਜ ਵੀ ਸਵੇਰ ਤੋਂ ਵਾਰ-ਵਾਰ ਜਿਹੜਾ ਹੈਗਾ ਉੱਥੇ ਟਕਰਾਅ ਦਾ ਮਾਹੌਲ ਬਣ ਰਿਹਾ, ਪੁਲਿਸ ਵੱਲੋਂ ਲਾਠੀਚਾਰਜ ਕੀਤਾ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਉੱਥੇ ਦੇ ਮੌਜੂਦਾ ਹਾਲਾਤ ਕੀ ਨੇ, ਉਸ ਬਾਰੇ ਵੀ ਜ਼ਰੂਰ ਚਾਨਣਾ। ਆਤਿਸ਼, ਜਦੋਂ ਮੈਂ ਅੱਜ ਟੀਵੀ ਦੇਖ ਰਿਹਾ ਸੀਗਾ ਕਿ ਉੱਥੇ ਕਿਸਾਨਾਂ ਤੇ ਪੁਲਿਸ ਦੇ ਵਿੱਚ ਆਪਸ ਦੇ ਵਿੱਚ ਝੜਪਾਂ ਹੋ ਰਹੀਆਂ ਸੀ, ਲਾਠੀਚਾਰਜ ਵੀ ਉੱਥੇ ਹੋਇਆ, ਕਿਸਾਨਾਂ ਨੇ ਬੈਰੀਕੇਡ ਵੀ ਉੱਥੇ ਤੋੜੇ ਨੇ ਅੱਜ। ਬਿਲਕੁਲ ਜੀ, ਠੀਕ ਹੈ। ਮੈਨੂੰ ਠੀਕ ਉਹੀ ਸੀਨ ਯਾਦ ਆ ਗਿਆ ਕਿ ਜਦੋਂ ਦਿੱਲੀ ਵੱਲ ਕਿਸਾਨਾਂ ਨੇ ਕੂਚ ਕੀਤਾ ਸੀਗਾ ਜੀ, ਤੁਹਾਡੇ ਯਾਦ ਹੋਵੇ 3 ਖੇਤੀ ਕਾਨੂੰਨਾਂ ਦੇ ਖਿਲਾਫ, ਬਿਲਕੁਲ, ਤਾਂ ਹਰਿਆਣਾ ਗਵਰਨਮੈਂਟ ਨੇ ਬਹੁਤ ਸਾਰੀਆਂ ਰੋਕਾਂ ਲਾਈਆਂ ਸੀਗੀਆਂ ਜੀ। ਤਾਂ ਉਦੋਂ ਵੀ ਇਦਾਂ ਹੀ ਬੈਰੀਕੇਡ ਤੋੜ ਕੇ ਕਿਸਾਨ ਹੈ ਜਿਹੜੇ ਉਹ ਦਿੱਲੀ ਵੱਲ ਵਧੇ ਸੀ। ਅੱਗੇ ਦਿੱਲੀ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਦਿੱਲੀ ਦੇ ਬਾਰਡਰ ਤੇ ਰੋਕਾਂ ਸੀ, ਉਹ ਵੀ ਰੋਕਾਂ ਇਦਾਂ ਹੀ ਕਿਸਾਨਾਂ ਨੇ ਤੋੜੀਆਂ ਸੀ। ਮੈਨੂੰ ਠੀਕ ਉਸੇ ਤਰ੍ਹਾਂ ਦਾ ਹੀ ਜਿਹੜਾ ਸੀਨ ਅੱਜ ਲੱਗ ਰਿਹਾ ਸੀਗਾ ਕਿ ਕਿਸਾਨਾਂ ਦੇ ਵਿੱਚ ਰੋਹ ਹੈ, ਕਿਉਂਕਿ ਪਹਿਲਾਂ ਉਹ ਸਾਂਝਾ ਮੋਰਚਾ ਬਣਿਆ ਸੀਗਾ ਜੀਰੇ ਫੈਕਟਰੀ ਦੇ ਤੋਂ ਜਿੰਨੇ ਪੀੜਤ ਲੋਕ ਸੀ ਆਸੇ-ਪਾਸੇ ਦੇ ਪਿੰਡਾਂ ਦੇ, ਉਹਨਾਂ ਨੇ ਇੱਕ ਆਪਣਾ ਮੋਰਚਾ ਬਣਾਇਆ ਸੀ। ਬਾਅਦ 'ਚ ਉਹਨਾਂ ਨੂੰ ਕਿਸਾਨਾਂ ਨੇ ਇੱਕ ਤਰੀਕੇ ਨਾਲ ਉਹਨਾਂ ਦੀ ਸਪੋਰਟ ਕਰ ਦਿੱਤੀ ਸੀ, ਹਮਾਇਤ ਦੇ ਦਿੱਤੀ ਸੀ। ਹਮਾਇਤ ਤੋਂ ਬਾਅਦ ਹੁਣ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਚਲਾ ਗਿਆ ਤਾਂ ਉਹਨਾਂ ਨੂੰ ਕਿਹਾ, ਸਰਕਾਰ ਨੂੰ ਹੁਕਮ ਕੀਤੇ ਗਏ ਕਿ ਤੁਸੀਂ ਇਹਨਾਂ ਨੂੰ 300 ਮੀਟਰ ਦੇ ਦਾਇਰੇ 'ਚੋਂ ਬਾਹਰ ਹਟਾਓ ਜਿੰਨੇ ਵੀ ਪ੍ਰੋਟੈਸਟਰ ਨੇ। ਤਾਂ ਸਰਕਾਰ ਨੇ ਪਹਿਲਾਂ ਸੀਐਮ ਨੇ ਵੀ ਗੱਲ ਚਲਾਈ, ਉਸ ਤੋਂ ਬਾਅਦ ਕੁਲਦੀਪ ਧਾਲੀਵਾਲ ਜਿਹੜੇ ਪੰਚਾਇਤ ਮੰਤਰੀ ਉਹ ਵੀ ਉੱਥੇ ਗਏ ਜੀ। ਉਦੋਂ ਬਾਅਦ ਇਹ ਗੱਲ ਵੱਧ ਗਈ ਹੈਗੀ ਹੈ, ਜਦੋਂ ਮਸਲਾ ਨਜਿੱਠਿਆ ਨਾ ਗਿਆ ਤਾਂ ਫਿਰ ਉੱਥੇ ਜਿਹੜਾ ਪਹਿਲਾਂ ਪਰਚੇ ਦਰਜ ਕੀਤੇ ਗਏ ਕਿਸਾਨਾਂ ਤੇ, ਜਿਹੜੇ ਆਗੂ ਸੀ ਉੱਥੇ ਦੇ ਪ੍ਰੋਟੈਸਟਰ ਸੀ। ਉਸ ਤੋਂ ਬਾਅਦ ਬਾਕੀ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉੱਥੇ ਜਥੇ ਲੈ ਕੇ ਪਹੁੰਚੋ, ਤਾਂ ਉਹਨਾਂ ਦੀ ਕਾਲ ਤੇ ਅੱਜ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦੇ ਜਥਿਆਂ ਦੇ ਰੂਪ ਦੇ ਵਿੱਚ, ਖਾਸ ਕਰਕੇ ਮਾਲਵਾ ਬੈਲਟ ਦੇ ਵਿੱਚ ਉੱਥੇ ਲੋਕ ਜਾ ਰਹੇ ਸੀ ਤੇ ਪੁਲਿਸ ਨੇ ਪਹਿਲਾਂ ਹੀ ਆਪਣੀ ਬੈਰੀਕੇਡਿੰਗ ਕੀਤੀ, ਬਹੁਤ ਵੱਡੀ ਪੱਧਰ ਤੇ ਪੁਲਿਸ ਲਾਈ ਵੀ ਸੀ। ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਦੋਂ ਫਿਰ ਇਹ ਟਕਰਾਓ ਦੀ ਸਥਿਤੀ ਜਿਹੜੀ ਬਣੀ ਹੈ। ਇੱਕ ਵਾਰੀ ਤਾਂ ਸਥਿਤੀ ਆਊਟ ਆਫ ਕੰਟਰੋਲ ਵੀ ਹੋ ਗਈ ਸੀ ਤੇ ਆਪਸ 'ਚ ਉੱਥੇ ਜੇ ਪੁਲਿਸ ਨੇ ਲਾਠੀ ਚਾਰਜ ਕੀਤਾ ਤਾਂ ਕਿਸਾਨਾਂ ਨੇ ਵੀ ਉਹਦਾ ਮੋੜਵੇਂ ਰੂਪ ਦੇ ਵਿੱਚ ਉਸੇ ਭਾਸ਼ਾ ਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਹੈ। ਹਿੰਸਕ ਰੂਪ ਵੀ ਲੈ ਸਕਦਾ ਸੀਗਾ। ਹੁਣ ਗੱਲ ਕਿੱਥੇ ਆ ਕੇ ਰੁਕਦੀ? ਇਹਦੇ ਨਾਲ ਜਿਹੜੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ, ਉਹਦੀਆਂ ਮੀਟਿੰਗਾਂ ਦਾ ਦੌਰ ਵੀ ਨਾਲੋਂ ਨਾਲ ਚੱਲ ਰਿਹਾ ਕਿ ਅਗਲੀ ਜਿਹੜੀ ਪ੍ਰੋਗਰਾਮ ਕਿਸ ਤਰ੍ਹਾਂ ਦਾ ਦਿੱਤਾ ਜਾਵੇ, ਚਾਕੁੱਟ ਕੀਤਾ ਜਾਵੇ। ਤੇ ਪ੍ਰਸ਼ਾਸਨ ਵੀ ਹੁਣ ਜਿਹੜਾ ਹੈਗਾ ਮਾਮਲੇ ਤੇ ਠੰਡਾ ਛਿੜਕਣ ਦੇ ਰੌਂ ਦੇ ਵਿੱਚ ਹੈਗਾ। ਹੁਣ ਗੱਲ ਇੰਨੀ ਇਹ ਨੌਬਤਾਂ ਬਣੀਆਂ ਕਿਉਂ ਨੇ ਆਤਿਸ਼? ਮਸਲਾ ਇਹ ਹੈ ਕਿ ਉਹਦਾ ਜਿਹੜਾ ਬੁਨਿਆਦੀ ਸਵਾਲ ਸੀ ਉਹ ਐਡਰੈਸ ਹੋਣਾ ਚਾਹੀਦਾ ਸੀ, ਉਹ ਵੀ ਮੁੱਢਲੇ ਪੜਾਅ ਤੇ, ਜਿਸ ਤਰ੍ਹਾਂ ਆਪਾਂ ਪਰਸੋਂ ਵੀ ਗੱਲ ਕੀਤੀ ਹੈਗੀ ਹੈ ਇਸ ਇਸ਼ੂ ਤੇ। ਹੁਣ ਉੱਥੇ ਲੋਕਾਂ ਦੀਆਂ 2 ਮੰਗਾਂ ਆਪਾਂ ਜ਼ਿਕਰ ਕਰਦੇ ਹਾਂ। ਇੱਕ ਤਾਂ ਉਹ ਕਹਿੰਦੇ ਸੀ ਕਿ ਜੀ ਇਹ ਜਿਹੜੀ ਜੀਰੇ ਦੀ ਸ਼ਰਾਬ ਫੈਕਟਰੀ ਹੈ ਇਹ ਬੋਰਵੈਲ ਕਰਕੇ ਧਰਤੀ ਦੇ ਵਿੱਚ ਆਪਣਾ ਡਿਸਚਾਰਜ ਪਾ ਰਹੀ ਹੈ, ਜਿਹਦੇ ਨਾਲ ਸਾਰਾ ਜਿਹੜਾ ਪਾਣੀ ਹੈ ਉਹ ਪੋਲੂਟ ਹੋ ਰਿਹਾ ਹੈ ਤੇ ਲੋਕਾਂ ਦੇ ਵਿੱਚ ਜਿਹੜੀ ਬਿਮਾਰੀਆਂ ਦਾ ਉਤਪੰਨ ਹੋ ਰਹੀਆਂ ਨੇ, ਲੋਕ ਪੀੜਤ ਹੋ ਰਹੇ ਨੇ। ਤਾਂ ਮੈਂ ਇੱਕ ਰਿਪੋਰਟ ਵੀ ਪੜ੍ਹੀ ਹੈ ਖਰੜ ਦੀ ਲੈਬ ਦੀ, 9ਵੇਂ ਮਹੀਨੇ ਦੇ ਵਿੱਚ ਆਈ ਹੈ, ਜਿਹਦੇ 'ਚ ਇੱਕ ਪਿੰਡ ਦੇ ਵਿੱਚ ਉਹਨਾਂ ਨੇ 10 ਸੈਂਪਲ ਲਏ ਨੇ, ਜਿਹਦੇ ਵਿੱਚੋਂ 2 ਸੈਂਪਲ ਪਾਸ ਹੋਏ ਨੇ, 8 ਸੈਂਪਲ ਫੇਲ ਹੋਏ ਨੇ ਹੁਣ ਬਣਦਾ ਕੀ ਸੀ ਸਰਕਾਰ ਨੂੰ? ਮੁੱਢਲੇ ਪੜਾਅ ਤੇ ਉਹ ਕਹਿੰਦੇ ਸੀ ਕਿ ਜੀ ਫੈਕਟਰੀ ਦੇ ਅੰਦਰ ਬੋਰਵੈਲ ਕੀਤੇ ਨੇ, ਸਾਨੂੰ ਪਤਾ ਹੈ। ਤਾਂ ਸਰਕਾਰ ਇੰਨੀ ਤਸੱਲੀ ਤਾਂ ਕਰਾ ਸਕਦੀ ਸੀ ਕਿ ਉੱਥੋਂ ਦੀ ਇੱਕ ਲੋਕਾਂ ਜਿਹੜੇ ਪ੍ਰੋਟੈਸਟਰ ਨੇ ਉਹਨਾਂ ਨੂੰ ਕਹਿੰਦੇ ਕਿ ਸਾਨੂੰ 4 ਬੰਦੇ ਦਿਓ, 5 ਬੰਦੇ ਦਿਓ, ਅਸੀਂ ਤੁਹਾਡੀ ਤਸੱਲੀ ਕਰਾਉਣੇ, ਸਾਨੂੰ ਦਿਖਾਓ ਕਿੱਥੇ ਬੋਰਵੈਲ ਕੀਤੇ। ਬਿਲਕੁਲ। ਤਾਂ ਅੱਜ ਤੱਕ ਸਰਕਾਰ ਨੇ ਇਹ ਐਫਰਟਸ ਨਹੀਂ ਕੀਤੀ ਕਿ ਉਹਨਾਂ ਦੀ ਤਸੱਲੀ ਕਰਾ ਦਿੱਤੀ ਜਾਵੇ। ਹੋਰ ਜਿਹੜੀਆਂ ਕਮੇਟੀਆਂ ਬਣੀਆਂ ਉਹਨਾਂ ਦੇ ਵਿੱਚ ਉਹਨਾਂ ਦੀ ਪਾਰਟਿਸਿਪੇਸ਼ਨ ਨਹੀਂ ਕਰਾਈ ਗਈ ਜਿਵੇਂ ਲੋਕ ਚਾਹੁੰਦੇ ਸੀ। ਜੇ ਚਾਹੁੰਦੇ ਸੀ ਕਿ ਨੇੜੇ, ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਇਹ ਇਸ਼ੂ ਤੋਂ ਪਹਿਲਾਂ, ਪਾਣੀ ਵਾਲੇ ਇਸ਼ੂ ਤੋਂ ਪਹਿਲਾਂ ਉੱਥੇ ਸਵਾਹ ਵੀ ਸੁੱਟੀ ਗਈ ਸੀ ਬਾਹਰ ਤੇ ਸਵਾਹ ਉੱਡ ਕੇ ਜਦੋਂ ਖੇਤਾਂ 'ਚ ਗਈ ਤਾਂ ਫਸਲਾਂ ਮਾਰੀਆਂ ਗਈਆਂ ਸੀ ਤੇ ਫੈਕਟਰੀ ਮਾਲਕਾਂ ਨੇ 40-45 ਦੇ ਕਰੀਬ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ ਸੀ। ਇਹਦਾ ਮਤਲਬ ਐਡਮਿਟ ਕੀਤਾ ਹੋਊਗਾ ਕਿ ਨੁਕਸਾਨ ਹੋਇਆ ਫੈਕਟਰੀ ਦੀ ਵਜ੍ਹਾ ਕਰਕੇ ਹੋਇਆ, ਇਸੇ ਕਰਕੇ ਹਰਜਾਨਾ ਦਿੱਤਾ ਗਿਆ ਕਿ ਕਿਸਾਨਾਂ ਨੂੰ। ਇਹਨਾਂ ਗੱਲਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਸੀ। ਜਿੱਥੇ ਉਹ ਤਾਂ ਕਹਿੰਦੇ ਕਿ ਨੇੜੇ ਇੱਕ ਗੁਰੂ ਘਰ ਹੈ ਜਿੱਥੋਂ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਬੋਰ ਕੀਤਾ ਤੇ ਪਾਣੀ ਨਿਕਲਿਆ ਤੇ ਉਹ ਪੋਲੂਟਡ ਵਾਟਰ ਸੀਗਾ, ਤਾਂ ਉਦੋਂ ਜਿੱਥੇ ਜਿੱਥੇ ਕਿਸਾਨ
ਉਹ ਜਾਂ ਉਹਨਾਂ ਪਿੰਡਾਂ ਦੇ ਲੋਕ ਕਹਿੰਦੇ ਸੀਗੇ, ਕਿਉਂਕਿ ਹੈਲਥ ਨਾਲ ਜੁੜੀ ਹੋਈ ਗੱਲ ਹੈਗੀ ਆ। ਮਾਲਵੇ ਦੇ ਵਿੱਚ ਤਾਂ ਆਪਾਂ ਕਹਿੰਦੇ ਕਿ ਕੈਂਸਰ ਟ੍ਰੇਨ ਹੈ ਜਿਹੜੀ ਬਠਿੰਡੇ ਤੋਂ ਚੱਲਦੀ ਹੁੰਦੀ ਸੀ ਜੀ। ਤੇ ਖੁਦ ਜਦੋਂ ਭਗਵੰਤ ਮਾਨ ਇਹਨਾਂ ਨੇ ਇੱਕ NGO ਬਣਾਈ ਵੀ ਸੀ, ਇਹ ਫਾਜ਼ਿਲਕਾ ਜ਼ਿਲ੍ਹੇ 'ਚ ਖੁਦ ਗਏ ਸੀ, ਦੋਦਾ ਨਾਨਕਾ ਪਿੰਡ ਹੈਗਾ, ਬਿਲਕੁਲ। ਉੱਥੇ ਖੁਦ ਇਹਨਾਂ ਨੇ ਨਲਕੇ ਦੇ ਵਿੱਚੋਂ ਪਾਣੀ ਕੱਢ ਕੇ ਕਿਹਾ ਸੀ ਕਿ ਇਸ ਤਰ੍ਹਾਂ ਦਾ ਪਾਣੀ ਲੋਕ ਪੀਂਦੇ ਨੇ। ਆਮ ਆਦਮੀ ਪਾਰਟੀ ਦੇ ਬਾਕੀ ਬੁਲਾਰੇ ਵੀ ਜਾਂ ਜਿਹੜੇ ਮੰਤਰੀ ਨੇ ਅੱਜ, ਉਹ ਵੀ ਜਿਹੜੀ ਵਾਤਾਵਰਨ ਨੂੰ ਇਸ ਤਰੀਕੇ ਨਾਲ ਲੈਂਦੇ ਰਹੇ ਨੇ। ਤਾਂ ਇਹ ਮਸਲਾ ਉਹਦੀ ਨਹੀਂ ਜਿੱਠਿਆ ਜਾਂਦਾ, ਹੁਣ ਮਸਲੇ ਦਾ ਜਿਹੜਾ ਖਲਾਰਾ ਪੈ ਚੁੱਕਾ ਹੈਗਾ ਜੀ। ਹੁਣ ਵਕਾਰ ਦਾ ਸਵਾਲ ਪੈ ਗਿਆ। ਹੁਣ ਇਹ ਨਹੀਂ ਕਿ ਸਾਰੇ ਲੋਕਾਂ ਦਾ ਜਿਹੜਾ ਉੱਥੇ ਪਹੁੰਚਣ ਵਾਲੇ ਗੁੱਸਾ ਇਕੱਲਾ ਜੀਰਾ ਫੈਕਟਰੀ ਕਰਕੇ ਹੈ। ਹੁਣ ਰੋਹ ਤਾਂ ਅਲੱਗ-ਅਲੱਗ ਕਿਸਮ ਦਾ ਹੈਗਾ ਜੀ। ਲੋਕਾਂ ਦੇ ਮਨਾਂ ਦੇ ਵਿੱਚ। ਲੋਕਾਂ ਦੀ ਜਿਹੜੀ ਮਨੋਦਸ਼ਾ ਇਸ ਕਿਸਮ ਦੀ ਬਣ ਗਈ, ਕਿਸੇ ਦਾ ਕੋਈ ਗੁੱਸਾ ਪਿਆ ਸੀ, ਕਿਸੇ ਦਾ ਕੋਈ ਗੁੱਸਾ ਪਿਆ ਸੀ, ਉਹ ਹੁਣ ਅਕਮੂਲੇਟ ਹੋ ਗਿਆ, ਬਿਲਕੁਲ ਉੱਥੇ ਇਕੱਠੇ ਹੋ ਗਿਆ। ਉਹ ਸਾਰਾ ਗੁੱਸੇ ਦਾ ਹੜ ਹੈ, ਇੱਕ ਤਰੀਕੇ ਨਾਲ ਰੋਹ ਦਾ ਹੜ ਹੈ। ਹੁਣ ਇਹਨੂੰ ਸਿਆਸੀ ਸੂਝ-ਬੂਝ ਨਾਲ ਹੀ ਨਜਿੱਠਿਆ ਜਾ ਸਕਦਾ ਹੈਗਾ, ਜਿਹਦੀ ਸਰਕਾਰ ਕੋਲੇ ਕਾਫੀ ਜਿਹੜੀ ਕਮੀ ਹੈ ਉਹ ਰੜਕ ਰਹੀ ਹੈਗੀ ਹੈ। ਤਾਂ ਜੇ ਮਸਲੇ ਨੂੰ ਇਸ ਨੂੰ ਹੱਲ ਨਾ ਕੀਤਾ ਤੇ ਮਸਲਾ ਹੋਰ ਫੈਲੇਗਾ, ਵਧੇਗਾ, ਸਰਕਾਰ ਨੂੰ ਸਿਆਸੀ ਨੁਕਸਾਨ ਵੀ ਹੋਏਗਾ। ਜਿਹੜੀਆਂ ਵਿਰੋਧੀ ਧਿਰਾਂ ਹੈ ਉਹ ਵੀ ਇਸ ਮਸਲੇ 'ਚ ਨਿੱਤਰ ਕੇ ਜਿਹੜੀਆਂ ਸਾਹਮਣੇ ਆਉਣਗੀਆਂ। ਹਾਲਾਂਕਿ ਇਕੱਲਾ ਜੀਰਾ ਫੈਕਟਰੀ ਦਾ ਮਸਲਾ ਨਹੀਂ ਹੈਗਾ, ਹੁਣ ਜਿਹੜਾ ਵਾਤਾਵਰਨ ਹੈ ਉਹ ਸਮੁੱਚਤਾ ਦੇ ਵਿੱਚ ਲੈ ਕੇ ਹੈਂਡਲ ਕਰਨਾ ਚਾਹੀਦਾ ਬਿਲਕੁਲ। ਹਾਲਾਂਕਿ ਪਿੱਛੇ ਇਹ ਰੌਲਾ ਪੈਂਦਾ ਰਿਹਾ, ਆਪ ਵੀ ਆਮ ਆਦਮੀ ਪਾਰਟੀ ਮੰਨਦੀ ਰਹੀ ਹੈ ਜਾਂ ਇਹ ਆਵਾਜ਼ ਉੱਠਦੀ ਰਹੀ ਹੈ ਕਿ ਜਿਹੜਾ ਵਾਤਾਵਰਨ ਦਾ ਇਸ਼ੂ ਹੈ ਉਹ ਸਾਡੇ ਜਿਹੜੇ ਚੋਣ ਮਨੋਰਥ ਪੱਤਰ ਹੈ, ਚੋਣ ਮੈਨੀਫੈਸਟੋ ਹੈ, ਉਹਨਾਂ ਦਾ ਹਿੱਸਾ ਬਣਨਾ ਚਾਹੀਦਾ ਜੀ। ਹੁਣ ਤੁਸੀਂ ਜੀਰਾ ਫੈਕਟਰੀ ਦੇ ਇਹਨੂੰ ਚਲੋ ਇਹਨਾਂ ਮਸਲੇ ਨੂੰ ਨਜਿੱਠ ਲਓਗੇ, ਜਿਹੜੀਆਂ ਹੋਰ ਫੈਕਟਰੀਆਂ ਦਾ ਪੋਲਿਊਟਡ ਵਾਟਰ ਦਰਿਆਵਾਂ 'ਚ ਪੈ ਰਿਹਾ ਉਹਨੂੰ ਕਿਵੇਂ ਤੁਸੀਂ ਹੱਲ ਕਰੋਗੇ ਜੀ, ਇਹ ਵੀ ਦੇਖਣ ਵਾਲੀ ਗੱਲ ਹੈ। ਤਾਂ ਸਰਕਾਰ ਨੂੰ ਇਕੱਲਾ ਮਸਲਾ ਇਹ ਨਹੀਂ, ਵਾਤਾਵਰਨ ਦੇ ਐਂਗਲ ਤੋਂ ਜੇ ਸਰਕਾਰ ਸੁਹਿਰਦ ਹੈ ਤਾਂ ਸਮੁੱਚਤਾ ਦੇ ਵਿੱਚ ਲੈ ਕੇ ਸਾਰੇ ਜਿਹੜੇ ਇਸ਼ੂ ਹੈ, ਚਾਹੇ ਉਹ ਬੁੱਢੇ ਨਾਲੇ ਦਾ ਇਸ਼ੂ ਹੋਵੇ, ਚਾਹੇ ਦਰਿਆਵਾਂ 'ਚ ਜਿਹੜਾ ਗੰਦਾ ਪਾਣੀ ਪੈ ਰਿਹਾ ਸੀਵਰੇਜ ਦਾ ਉਹ ਇਸ਼ੂ ਹੋਵੇ, ਚਾਹੇ ਫੈਕਟਰੀਆਂ ਦਾ ਪਾਣੀ ਪੈ ਰਿਹਾ ਉਹ ਇਸ਼ੂ ਹੋਵੇ, ਸਮੁੱਚਤਾ ਦੇ ਵਿੱਚ ਇਹਨਾਂ ਨੂੰ ਨਜਿੱਠਿਆ ਜਾਣਾ ਚਾਹੀਦਾ ਜੀ। ਚਰਨਜੀਤ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਜੀਰਾ ਫੈਕਟਰੀ ਦੇ ਮਾਮਲੇ ਦੀ, ਤਾਂ ਅੱਜ ਹਾਈ ਕੋਰਟ ਦੇ ਵਿੱਚ ਵੀ ਇਸ ਕੇਸ ਦੀ ਜਿਹੜੀ ਸੁਣਵਾਈ ਸੀਗੀ, ਤਾਂ ਅਸੀਂ ਇਹ ਵੀ ਜਾਣਨਾ ਚਾਹਾਂਗੇ ਹਾਈ ਕੋਰਟ ਦੇ ਵਿੱਚ ਅੱਜ ਪੂਰੇ ਦਿਨ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ, ਕਿਸ ਤਰ੍ਹਾਂ ਦੀ ਅੱਜ ਸੁਣਵਾਈ ਹੋ ਸਕੀ ਉੱਥੇ? ਦੇਖੋ ਆਤਿਸ਼, ਅੱਜ ਡੇਟ ਲੱਗੀ ਹੋਈ ਸੀ ਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਇਹਦੀ ਅਪਡੇਟ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਜੇ ਤੱਕ ਕੋਈ ਨਤੀਜਾ ਜਿਹੜਾ ਉਹ ਸਾਹਮਣੇ ਨਹੀਂ ਆਇਆ, ਕੋਈ ਫੈਸਲੇ ਤਾਂ ਸਾਨੂੰ ਪਤਾ ਨਹੀਂ ਲੱਗ ਸਕਿਆ। ਪਰ ਸਰ ਇੰਨਾ ਜ਼ਰੂਰ ਪਤਾ ਲੱਗੇ ਕਿ ਪੰਜਾਬ ਸਰਕਾਰ ਨੇ ਅੱਜ ਆਪਣੀ ਸਟੇਟਸ ਰਿਪੋਰਟ ਦਿੱਤੀ ਹੈ ਜੀ, ਤੇ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਕਿਹਾ ਹੈਗਾ ਕਿ ਅਸੀਂ ਜਿਹੜੇ ਧਰਨਾਕਾਰੀ ਨੇ ਉਹਨਾਂ ਨੂੰ ਹਟਾਉਣ ਲਈ ਕਿਹੜੇ-ਕਿਹੜੇ ਯਤਨ ਕੀਤੇ, ਜਿਹਦੇ ਵਿੱਚ ਉਹਨਾਂ ਨੇ ਪੁਲਿਸ ਕੇਸਾਂ ਦਾ ਯਤਨ ਵੀ ਕੀਤਾ ਹੈਗਾ, ਦੱਸਿਆ ਹੈਗਾ ਕਿ ਅਸੀਂ ਪੁਲਿਸ ਕੇਸ ਵੀ ਰਜਿਸਟਰਡ ਕੀਤੇ, ਹਟਾਉਣ ਲਈ ਉੱਥੇ ਬੈਰੀਕੇਡਿੰਗ ਵੀ ਕੀਤੀ ਹੈ, ਜਾਂ ਇਹ ਜਿੰਨੀਆਂ ਵੀ ਐਫਰਟਸ ਕੀਤੀਆਂ ਨੇ ਉਹਨਾਂ ਦਾ ਖੁਲਾਸਾ ਕੋਰਟ ਦੇ ਵਿੱਚ ਕੀਤਾ ਗਿਆ ਹੈ ਜੀ। ਤੇ ਇਸ ਤੋਂ ਪਹਿਲਾਂ ਆਪਾਂ ਜਿਸ ਤਰ੍ਹਾਂ ਕੀਤਾ ਹੈਗਾ ਕਿ ਫੈਕਟਰੀ ਦੇ ਮਾਲਕ ਹੈ ਜਿਹੜੇ, ਉਹਨਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਪ੍ਰੋਟੈਸਟ ਹੋਣ ਕਰਕੇ, ਜਿਹੜੇ ਪ੍ਰੋਟੈਸਟਰ ਉੱਥੇ ਬੈਠ ਹੋਣ ਕਰਕੇ ਫੈਕਟਰੀ ਬੰਦ ਹੈ, ਜਿਹਦੇ ਕਰਕੇ ਉਹਨਾਂ ਨੂੰ ਲਾਸ ਹੋ ਰਿਹਾ ਜੀ। ਉਹਨਾਂ ਨੇ ਪਿਛਲੀ 22 ਨਵੰਬਰ ਤੱਕ ਕਿਹਾ ਸੀ ਕਿ ਸਾਡਾ ਤਕਰੀਬਨ 17 ਤੋਂ 18 ਕਰੋੜ ਰੁਪਏ ਦਾ ਲਾਸ ਹੈ ਜਿਹੜਾ ਹੋ ਚੁੱਕਾ ਹੈ ਜੀ। ਇਹ ਵੀ ਕੰਪਨੀ ਨੇ ਮੰਨਿਆ ਸੀ ਕਿ ਸਰਕਾਰ ਨੂੰ ਜਿਹੜਾ ਐਕਸਾਈਜ਼ ਜਾਂ ਹੋਰ ਟੈਕਸਾਂ ਦੇ ਰੂਪ ਦੇ ਵਿੱਚ ਆਮਦਨ ਹੋਣੀ ਸੀ ਉਹ 84 ਕਰੋੜ ਦੱਸੀ ਗਈ ਸੀ ਕਿ 84 ਕਰੋੜ ਦਾ ਨੁਕਸਾਨ ਹੈ ਉਹ ਸਰਕਾਰ ਨੂੰ ਹੋਇਆ ਹੈ। ਤਾਂ ਉਦੋਂ ਹਾਈ ਕੋਰਟ ਨੇ ਇੱਕ ਕਮੇਟੀ ਬਣਾਤੀ ਸੀ, R.K. ਨਹਿਰੂ ਜਿਹੜੇ ਸਾਬਕਾ ਜਸਟਿਸ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜੀ, ਤੇ ਉਹਦੇ ਵਿੱਚ ਇਹ ਵੀ ਕਿਹਾ ਸੀ ਕਿ ਜਿਹੜੇ ਇਹ ਕਮੇਟੀ ਦੇ ਚੇਅਰਮੈਨ ਹੋਣਗੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਫੀਸ ਹੈ 5 ਲੱਖ ਰੁਪਏ ਉਹ ਵੀ ਪੇ ਕਰਨੀ ਹੈ, ਬਾਕੀ ਜਿਹੜੇ ਦੋ ਨੁਮਾਇੰਦੇ ਹੋਣਗੇ 2.5 ਲੱਖ ਰੁਪਏ ਫੀਸ ਉਹਨਾਂ ਨੂੰ ਪੇ ਕਰਨੀ, ਇਹ ਵੀ ਸਰਕਾਰ ਨੂੰ ਪਏਗਾ। ਤੇ 20 ਕਰੋੜ ਰੁਪਏ ਸਰਕਾਰ ਨੂੰ ਕਿਹਾ ਸੀ ਕਿ ਤੁਸੀਂ ਜਮ੍ਹਾਂ ਕਰਾਓ, ਪਹਿਲੀ ਤਰੀਕ ਤੇ ਕਹਿ ਕੇ 5 ਕਰੋੜ ਜਮ੍ਹਾਂ ਕਰਾਓ, ਦੂਸਰੀ ਤੇ 15 ਕਰੋੜ, 20 ਕਰੋੜ ਸਰਕਾਰ ਨੇ ਜਮ੍ਹਾਂ ਕਰਾਤਾ। ਪਰ ਕਿਤੇ ਨਾ ਕਿਤੇ ਇਹ ਵੀ ਗੱਲ ਉੱਠ ਰਹੀ ਹੈ ਕਿ ਇਹ ਸਿੰਗਲ ਬੈਂਚ ਦਾ ਫੈਸਲਾ ਸੀਗਾ, ਸਰਕਾਰ ਚਾਹੁੰਦੀ ਤਾਂ ਇਸ ਨੂੰ ਡਬਲ ਬੈਂਚ ਜਾਂ ਡਿਵੀਜ਼ਨ ਬੈਂਚ ਦੇ ਕੋਲੇ ਲਿਜਾ ਸਕਦੀ ਸੀ। ਹੁਣ ਇਹ ਸਮਝ ਨਹੀਂ ਪੈਂਦਾ ਕਿ ਕੋਈ ਟੈਕਨੀਕਲ ਨੁਕਤਾ ਹੋਏਗਾ ਜਾਂ ਕਾਨੂੰਨੀ ਨੁਕਤਾ ਹੋਏਗਾ ਕਿ ਸਰਕਾਰ ਨੇ ਇਹ ਰੈਮੇਡੀ ਹੈ ਜਿਹੜੀ ਉਹ ਕਿਉਂ ਹਾਸਲ ਨਹੀਂ ਕੀਤੀ ਜੀ। ਸੋ ਜਦੋਂ ਵੀ ਫੈਸਲਾ ਉਮੀਦ ਹੈਗਾ ਕਿ 5-5:30 ਵਜੇ ਤੱਕ ਸਾਡੇ ਸਾਹਮਣੇ ਆ ਜਾਏਗਾ, ਕਿਉਂਕਿ ਅੱਜ ਫੈਸਲਾ ਤਾਂ ਕੋਈ ਹੋਣਾ ਨਹੀਂ, ਕਿਉਂਕਿ ਜਿਹੜੀ ਕਮੇਟੀ ਵੀ ਬਣਾਈ ਹੈ ਹਾਈ ਕੋਰਟ ਨੇ ਉਹਦੇ ਵਿੱਚ ਵੀ ਆਤਿਸ਼ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਇਸ ਕੰਪਨੀ ਦਾ ਫੈਕਟਰੀ ਦਾ ਲਾਸ ਹੋਇਆ ਉਹਨੂੰ ਅਸੈਸ ਕਰਨਾ, ਉਹਨੂੰ ਇਵੈਲੂਏਟ ਕਰਨਾ ਤੇ 2 ਮਹੀਨਿਆਂ ਦੇ ਵਿੱਚ ਉਸ ਕਮੇਟੀ ਨੇ ਰਿਪੋਰਟ ਦੇਣਾ। ਹੁਣ ਇਹ ਜੁਰਮਾਨਾ ਇਕੱਲਾ ਇੱਥੇ ਤਾਂ ਪਿਆ ਨਹੀਂ ਹਜੇ, 20 ਕਰੋੜ ਹੈ। ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ NGT ਨੇ 2000 ਕਰੋੜ ਰੁਪਏ ਦਾ ਜਿਹੜਾ ਸੋਲਿਡ ਵੇਸਟ ਹੈ ਸੀਵਰੇਜ ਦਾ
ਉਹਦੇ ਟ੍ਰੀਟਮੈਂਟ ਦੇ ਵਿੱਚ ਫੇਲ ਹੋਣ ਕਰਕੇ ਸਰਕਾਰ ਨੂੰ 2000 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਸੀ। ਜੀ ਤਾਂ ਸਰਕਾਰ ਨੂੰ ਆਏ ਦਿਨ ਜੇ ਜੁਰਮਾਨੇ ਝੱਲਣੇ ਪੈ ਰਹੇ ਨੇ, ਹਾਈ ਕੋਰਟ ਨੂੰ ਹਰ ਮਸਲੇ 'ਚ ਇਸ ਤਰ੍ਹਾਂ ਦਖਲ ਦੇਣਾ ਪੈ ਰਿਹਾ, ਉਹ ਤੋਂ ਇਹ ਲੱਗਦਾ ਕਿ ਸਰਕਾਰ ਤੋਂ ਕਿਤੇ ਨਾ ਕਿਤੇ ਕੋਤਾਹੀ ਹੋ ਰਹੀ ਹੈ ਸ਼ਾਸਨ ਕਰਨ ਦੇ ਵਿੱਚ। ਇੱਧਰ ਵੀ ਧਿਆਨ ਦੇਣਾ ਚਾਹੀਦਾ ਹੈ, ਜੀਰੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਔਰ ਲਤੀਫਪੁਰੇ ਵੱਲ ਵੀ ਧਿਆਨ ਦੇਣਾ ਚਾਹੀਦਾ, ਜਿੱਥੋਂ ਦੇ ਲੋਕ ਇੰਨੀ ਠੰਡ ਦੇ ਵਿੱਚ ਠੱਠਰ ਕਰ ਰਹੇ ਨੇ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।